ਹੈਲੋ ਸਟੂਡੈਂਟ, ਆਪਾਂ ਜਿਹੜਾ ਅਗਲਾ ਸਾਡਾ ਚੈਪਟਰ ਹੈਗਾ ਉਹਦਾ ਨਾਮ ਹੈਗਾ ਆ ਪ੍ਰੋਬੇਬਿਲਟੀ। ਠੀਕ ਹੈ ਜੀ। ਪ੍ਰੋਬੇਬਿਲਟੀ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹੈਗੇ ਆ ਸੰਭਾਵਨਾ। ਠੀਕ ਹੈ ਜੀ। ਤਾਂ ਡੈਫੀਨੇਸ਼ਨ ਜਿਹੜੀ ਪ੍ਰੋਬੇਬਿਲਟੀ ਦੀ ਹੈ ਉਹ ਕਹਿੰਦੀ ਹੈ ਪ੍ਰੋਬੇਬਿਲਟੀ ਕੀ ਆ, ਦਾ ਚਾਂਸ ਆਫ ਸਮਥਿੰਗ chance of something happening। ठीक है जी। चांस ऑफ समथिंग हैपनिंग मतलब कि किसी भी ਈਵੈਂਟ ਦੀ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਆ ਉਹਨੂੰ ਅਸੀਂ ਬੋਲਦੇ ਆ ਪ੍ਰੋਬੇਬਿਲਟੀ। ਤੇ ਪ੍ਰੋਬੇਬਿਲਟੀ ਦੇ ਲਈ ਜਿਹੜਾ ਸਾਡਾ ਫਾਰਮੂਲਾ ਹੁੰਦਾ ਹੈਗਾ ਪ੍ਰੋਬੇਬਿਲਟੀ ਦਾ, ਉਹ ਹੁੰਦਾ ਹੈਗਾ ਨੰਬਰ ਆਫ favorable events upon total events, number of total events। ठीक है जी। तो ये दा फार्मूला हैगा प्रोबेबिलिटी दा, नंबर ऑफ फेवरेबल इवेंट्स। याद रखने वाली गल हैगी आ कि कोई भी इम्पॉसिबल इवेंट होवे तो उसकी प्रोबेबिलिटी हमेशा 0 होंदी हैगी आ। अगर सर्टेन होवे जां आपां दूसरी भाषा विच कहिए अपना दूसरा इनू कह सकते हैं श्योर इवेंट भी कह सकते हैं, उसकी प्रोबेबिलिटी हमेशा होंदी है 1। ठीक है जी। ये 1 मार्क्स का क्वेश्चन इत्थों तैयार कर लेंदे आ। अगर इक्वली लाइकली इवेंट्स होण तो प्रोबेबिलिटी की जिहड़ी संभावना हैगी आ वो की बननी है साडी 1/2 बननी हैगी आ। ठीक है जी। तो उस तो बाद एलीमेंटरी इवेंट्स, एलीमेंटरी इवेंट्स की हैगे आ। एलीमेंटरी इवेंट्स are those events which only one outcome means कोई सिक्का उछालते हैं आपां कोई कॉइन। ठीक है जी। ਉਹਦੇ ਵਿੱਚ ਜਾਂ ਤਾਂ एक कंडीशन हैगी है, ਜਾਂ ਤਾਂ हैड आऊगा ਜਾਂ ਕੀ ਆਊਗਾ ਸਾਡੇ ਕੋਲ ਟੇਲ ਆਊਗਾ। तो ਇਹਨਾਂ ਦੇ ਜਦੋਂ ਕਿ ਟੋਟਲ ਆਊਟਕਮਸ 2 ਹੈਗੇ ਆ, ਇਹਦੇ ਵਿੱਚ ਹੈਡ ਆਉਣ ਦੀ ਜਿਹੜੀ ਸੰਭਾਵਨਾ ਉਹ ਤਾਂ ਇੱਕ ਹੀ ਹੈ। ਠੀਕ ਹੈ ਜੀ। ਤਾਂ ਇਦਾਂ ਦੇ ਜਿਹੜੇ ਇਵੈਂਟ ਬਣਦੇ ਆ ਉਹਨਾਂ ਨੂੰ ਅਸੀਂ ਬੋਲਦੇ ਆ ਐਲੀਮੈਂਟਰੀ ਇਵੈਂਟਸ। ਤੇ ਨਾਲ ਦੀ ਨਾਲ ਇਹਦੇ ਨਾਲ ਇੱਕ ਹੁੰਦਾ ਹੈਗਾ ਸਾਡੇ ਕੋਲ ਕੰਪਲੀਮੈਂਟਰੀ इवेंट्स। कंप्लीमेंट्री इवेंट्स किहड़े हैगे आ, ऑल एलीमेंटरी इवेंट्स नॉट इन द इवेंट लाइक ई आर इन इट्स कंप्लीमेंटरी इवेंट ई बार जां ई नॉट बोल दिंदे असीं उहनूं। फॉर एग्जाम्पल साडे कोल कोई आह बॉक्स टाइप हैगा आ, इहदे विच असीं आ कोई सर्कल बना लैंदे इत्थे छोटा जिहा, जानी कि ये हैगी आ किसी चीज़ की आउण की संभावना ते आ हैगी आ ना आउण की संभावना। जां इहनूं असीं मुक्कदी गल ये भी कह सकते हैं कि इस बॉल का जिहड़ा पोर्शन हैगा उहनूं असीं एलीमेंटरी इवेंट दे विच पाउने आ ते कंप्लीमेंटरी जिहड़ा इस चीज़ नूं छड्ड के बाकी बचिया आ ओह वाला। ठीक है जी। कंप्लीमेंटरी हुंदा जानी कि साडे कोल असीं कह सकते हैं ई बार यूज़ करदे आ, ई नॉट भी बोल लईदा असीं नॉट ई। ठीक है जी। किसी काम नूं ना होण दी जिहड़ी संभावना उसनूं असीं नॉट नाल डिनोट करदे आ। ਵਿੱਚ ਇਹਦੇ ਥੋੜ੍ਹੀਆਂ ਜਿਹੀਆਂ ਬੇਸਿਕਲੀ ਗੱਲਾਂ ਹੈਗੀਆਂ ਆ ਚੈਪਟਰ ਦੇ ਵਿੱਚ ਸਟਾਰਟ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਆ ਕਿ ਜਦੋਂ ਅਸੀਂ ਇੱਕ 1 ਕੋਇਨ ਯਾਨੀ ਕਿ ਇੱਕ ਸਿੱਕਾ ਉਛਾਲਦੇ ਹਾਂ ਤਾਂ ਉਹਦੇ ਕੀ ਇਵੈਂਟ ਆ ਸਕਦੇ, ਜਾਂ ਤਾਂ ਹੈਡ ਆਊਗਾ ਜਾਂ ਟੇਲ ਆਊਗਾ, ਯਾਨੀ ਕਿ ਓਵਰਆਲ ਇਹਦੇ ਕਿੰਨੇ ਰਿਜ਼ਲਟ ਬਣੂਗੇ 2 ਬਣੂਗੇ। ਅਗਰ ਅਸੀਂ 2 ਕੋਇਨਸ ਉਛਾਲਦੇ ਹਾਂ ठीक है जी, ਜਾਂ ਤਾਂ ਹੋ ਸਕਦਾ ਦੋਨਾਂ ਤੇ ਹੈਡ ਆ ਜਾਵੇ, ਜਾਂ ਹੋ ਸਕਦਾ ਇੱਕ ਤੇ ਹੈਡ ਆਵੇ ਦੂਸਰੇ ਤੇ ਟੇਲ, ਔਰ ਹੋ ਸਕਦਾ ਪਹਿਲੇ ਤੇ ਟੇਲ ਆ ਜਾਵੇ ਦੂਜੇ ਤੇ ਹੈਡ ਆ ਜਾਵੇ, ਔਰ ਹੋ ਸਕਦਾ ਕਿ ਦੋਨਾਂ ਦੇ ਉੱਤੇ
ਸਾਡੇ ਕੋਲ ਟੇਲ ਆ ਜੇ। ਤਾਂ ਕਹਿਣ ਦਾ ਮਤਲਬ ਆ ਟੋਟਲ ਆਊਟਕਮਸ ਇੱਥੋਂ ਕਿੰਨੇ ਬਣੂਗੇ 4 ਬਣੂਗੇ। ਹੁਣ ਜੇਕਰ 2 ਡਾਈ ਜਿਹੜੀਆਂ ਲੁੱਡੋ ਦੀਆਂ ਜਿਹੜੀਆਂ ਡਾਈਆਂ ਹੁੰਦੀਆਂ ਹੈਗੀਆਂ ਸਾਡੇ ਕੋਲ, ਤੁਸੀਂ ਸਾਰਿਆਂ ਨੇ ਲੁੱਡੋ ਖੇਡੀ ਹੋਣੀ ਆ, ਠੀਕ ਹੈ ਜੀ, ਜਿਹਦੀ ਫਾਰਮ ਇਸ ਟਾਈਪ ਦੀ ਹੁੰਦੀ ਆ, ਇਸ ਟਾਈਪ ਦੀ ਸਾਨੂੰ ਇੱਕ ਉਹ ਗੀਟੀ ਜੀ ਦੇ ਦਿੰਦੇ ਆ ਬਣਾ ਕੇ, ਜਦੋਂ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਏ, ਠੀਕ ਹੈ ਜੀ। ਇਹਦੇ ਵਿੱਚ ਇੱਥੇ ਨੰਬਰ ਲਗਾਏ ਹੁੰਦੇ ਉਹਨਾਂ ਨੇ 1 2 2 3, ਠੀਕ ਹੈ ਜੀ, ਇੱਦਾਂ 6 ਹੁੰਦਾ ਆ, ਠੀਕ ਹੈ। ਇਸ ਟਾਈਪ ਨਾਲ ਇਹਦੇ ਉੱਤੇ ਨੰਬਰ ਦਿੱਤੇ ਹੁੰਦੇ। ਕਹਿੰਦਾ ਇਸ ਟਾਈਪ ਦੀਆਂ 2 ਜਿਹੜੀਆਂ ਡਾਈਆਂ ਅਗਰ ਉਛਾਲਦੇ ਆ ਫਿਰ ਕੀ ਸੈਂਪਲ ਸਪੇਸ ਜਿਹੜੀ ਬਣੂਗੀ ਜਾਂ ਸਾਡੇ ਕੋਲ ਟੋਟਲ ਆਊਟਕਮਸ ਕੀ ਆਊਗੇ, ਉਹ ਆਊਗੇ ਸਾਡੇ ਕੋਲ ਇਸ ਟਾਈਪ ਨਾਲ। ਹੋ ਸਕਦਾ ਦੋਨਾਂ ਤੇ 1 1 ਆ ਜਾਏ, ਹੋ ਸਕਦਾ ਇੱਕ ਤੇ 1 ਆਵੇ ਦੂਸਰੇ ਤੇ 2। ਤਾਂ ਇਸ ਤਰ੍ਹਾਂ ਰਲ ਮਿਲਾ ਕੇ ਆ ਪੂਰੀ ਦੀ ਪੂਰੀ ਸੈਂਪਲ ਸਪੇਸ ਬਣ ਜਾਊਗੀ। ਯਾਨੀ ਕਿ ਅਸੀਂ ਇਹਨੂੰ ਟੋਟਲ ਆਊਟਕਮਸ ਦੇਖਣੇ ਹੋਣ, ਇੱਕ ਡਾਈ ਤੇ 6 ਆ, ਦੂਜੀ ਤੇ ਵੀ 6 ਆ, ਤਾਂ ਟੋਟਲ ਬਣ ਜੂਗੇ 6 ਛਿਕਾ 36, ਯਾਨੀ ਕਿ 6 6 ਦਾ 36 ਟੋਟਲ ਇਵੈਂਟ ਹੋ ਗਿਆ, ਠੀਕ ਹੈ ਜੀ। ਇਹਦੇ ਨਾਲ ਹੀ ਹੋਰ ਜੋ ਪ੍ਰੋਬੇਬਿਲਿਟੀ ਦੇ ਵਿੱਚ ਸਮ ਬਣ ਸਕਦੇ ਆ, ਜਾਂ ਆਪਾਂ ਕਹਿ ਲਈਏ ਜਿਹਨਾਂ ਦੇ ਜਿਸ ਟੌਪਿਕ ਦੇ ਉੱਪਰ ਬਣ ਸਕਦੇ ਆ, ਉਹ ਹੈਗਾ ਹੋਰ ਜਿਹੜੀ ਆਪਾਂ ਤਾਸ਼ ਖੇਡਦੇ ਹੈਗੇ ਆ, ਉਹਦੇ ਵਿੱਚ ਕਾਰਡਸ ਹੁੰਦੇ ਹੈਗੇ ਆ, ਠੀਕ ਹੈ ਜੀ। 2 ਕਲਰ ਹੁੰਦੇ ਆ, ਬਲੈਕ ਕਲਰ ਹੁੰਦੇ ਆ, ਬਲੈਕ ਕਲਰ ਹੈਗਾ ਆ ਤੇ ਰੈੱਡ ਕਲਰ ਹੈਗਾ ਆ। ਟੋਟਲ ਜਿਹੜੇ ਪੱਤੇ ਹੈਗੇ ਆ ਜਾਂ ਕਾਰਡਸ ਹੈਗੇ ਸਾਡੇ 52 ਹੁੰਦੇ ਆ, ਔਰ ਇਹ 4 ਟਾਈਪ ਦੇ ਹੁੰਦੇ ਆ। ਫਸਟ ਹੁੰਦਾ ਇਹਦੇ ਵਿੱਚ ਕਲੱਬ, ਜਿਹੜਾ ਇਸ ਸਾਈਨ ਦਾ ਹੁੰਦਾ ਹੈ। ਸੈਕੰਡਲੀ ਸਪੇਡਸ ਹੁੰਦੇ ਆ, ਉਹ ਇਸ ਟਾਈਪ ਦੇ ਹੁੰਦੇ ਆ। ਹਰਟਸ ਹੈਗੇ ਆ, ਉਹ ਇਸ ਟਾਈਪ ਦੇ ਹੁੰਦੇ ਆ। ਡਾਇਮੰਡਸ ਹੈਗੇ ਆ, ਉਹ ਇਸ ਟਾਈਪ ਦੇ ਹੈਗੇ ਆ, ਠੀਕ ਹੈ ਜੀ। ਤੋ ਇਹਨਾਂ 4 ਟਾਈਪਸ ਦੇ ਵਿੱਚ ਅੱਗੇ ਨੈਕਸਟ 13 ਪੱਤੇ ਹੋਰ ਹੁੰਦੇ ਹੈਗੇ। ਜਿੱਦਾਂ ਏ ਤੋਂ ਸਟਾਰਟ ਹੁੰਦਾ, ਜਿਹਨੂੰ ਜੱਕਾ ਵੀ ਪੰਜਾਬੀ 'ਚ ਕਹਿ ਲਈਦਾ, ਇਹਨੂੰ ਅਸੀਂ ਬੋਲਦੇ ਹਾਂ ਏਸ। ਫਿਰ ਦੁੱਕੀ ਹੁੰਦੀ ਹੈਗੀ ਆ, ਤਿੱਕੀ ਹੈਗੀ, ਇੱਦਾਂ ਕਰਦੇ ਕਰਦੇ ਜੈਕ ਹੈਗਾ, ਕੁਈਨ ਹੈਗਾ, ਕਿੰਗ ਹੈਗਾ, ਜਿਨ੍ਹਾਂ ਨੂੰ ਅਸੀਂ ਇੱਦਾਂ ਜੇ ਨਾਲ, ਕਿਊ ਨਾਲ ਔਰ ਕੇ ਦੇ ਨਾਲ ਡਿਨੋਟ ਕੀਤਾ ਹੈਗਾ ਉਹਨਾਂ ਨੇ ਤਾਸ਼ ਦੇ ਵਿੱਚ, ਠੀਕ ਹੈ ਜੀ। ਤਾਂ ਤੁਸੀਂ ਇਹ ਬੇਸਿਕਲੀ ਚੇਤੇ ਰੱਖਣੀਆਂ ਗੱਲਾਂ। ਔਰ ਇਹਨਾਂ ਨੂੰ ਅਸੀਂ ਫੇਸ ਕਾਰਡ ਵੀ ਬੋਲਦੇ ਹਾਂ। 1 2 3 ਨੈਕਸਟ 'ਚ ਵੀ 3 3 4 ਦਾ 12 ਟੋਟਲ ਫੇਸ ਕਾਰਡ ਹੁੰਦੇ ਆ, ਯਾਦ ਰੱਖਣੇ ਹੈਗੇ, ਠੀਕ ਹੈ ਜੀ। ਇਹਨਾਂ ਤੋਂ ਕੁਐਸਚਨ ਬਣ ਜਾਂਦਾ ਹੈਗਾ ਆ। ਔਰ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਸਾਰੀਆਂ ਬੇਸਿਕਲੀ ਚੀਜ਼ਾਂ ਸੀਗੀਆਂ, ਤੁਸੀਂ ਯਾਦ ਰੱਖਣੀਆਂ ਹੈਗੀਆਂ, ਠੀਕ ਹੈ ਜੀ। ਆ ਕੁਛ ਕੁ ਮੈਂ ਟੌਪਿਕਸ ਲਏ ਹੈਗੇ ਆ, ਪ੍ਰੋਬਲਮਸ ਕਹਿ ਸਕਦੇ ਹਾਂ ਲਈਆਂ ਹੈਗੀਆਂ ਮੈਂ NCERT ਬੁੱਕ ਦੇ ਵਿੱਚੋਂ ਲਈ ਹੈਗੀਆਂ। ਹੋਰ ਮਿਕਸਅਪ ਕੀਤਾ ਆ, ਥੋੜੀ ਵੈਰਾਈਟੀ ਪਾਈ ਹੈਗੀ, ਜਿੰਨੇ ਕੁ ਟਾਈਪ ਦੇ ਕੁਐਸਚਨ ਬਣ ਸਕਦੇ ਆ ਉਹ ਸਾਰੀਆਂ ਮੈਂ ਪ੍ਰੋਬਲਮਸ ਲੈ ਕੇ ਆਇਆ ਔਰ ਤੁਹਾਨੂੰ ਮੈਂ ਉਹ ਸੋਲਵ ਕਰਕੇ ਦੱਸੂਗਾ। ਫਸਟਲੀ ਆ ਦੇਖੋ, NCERT ਦੇ ਵਿੱਚ ਸਾਡੇ ਕੋਲ ਫਸਟ ਐਕਸਰਸਾਈਜ਼ ਦੇ ਵਿੱਚ ਹੈਗੇ ਆ ਆਹ ਫਿਲਿੰਗ ਦੀ ਬਲੈਂਕਸ ਹੈਗੀਆਂ ਥੋੜੀਆਂ ਜਿਹੀਆਂ। ਕਹਿੰਦਾ ਪ੍ਰੋਬੇਬਿਲਿਟੀ ਆਫ ਐਨ ਇਵੈਂਟ E ਪਲੱਸ ਪ੍ਰੋਬੇਬਿਲਿਟੀ ਆਫ ਦਾ ਇਵੈਂਟ ਨਾਟ E, ਇਹ ਕਿੰਨਾ ਹੁੰਦਾ ਆ ਜੀ? ਇਹ ਹੁੰਦਾ ਹੈਗਾ 1। ਤੋ ਇੱਥੇ ਤੁਸੀਂ ਯਾਦ ਰੱਖਣਾ ਹੈਗਾ ਆ, ਬਿਕੋਜ਼ ਕਿ ਸਾਡੇ ਕੋਲ ਫਾਰਮੂਲਾ ਹੁੰਦਾ ਪ੍ਰੋਬੇਬਿਲਿਟੀ ਆਫ E ਪਲੱਸ ਪ੍ਰੋਬੇਬਿਲਿਟੀ ਨਾਟ E। ਨਾਟ ਨੂੰ ਆ ਬਾਰ ਦੇ ਨਾਲ ਡਿਨੋਟ ਕਰਦੇ, ਇਹ ਆਲਵੇਜ਼ ਕਿੰਨਾ ਹੁੰਦਾ? ਹਮੇਸ਼ਾ 1 ਦੇ ਬਰਾਬਰ ਹੁੰਦਾ। ਤੋ ਉਹਨਾਂ ਨੇ ਇਸ ਚੀਜ਼ ਨੂੰ, ਇਸ ਵਾਲੀ ਚੀਜ਼ ਨੂੰ ਇਸ ਟਾਈਪ ਨਾਲ ਲਿਖਿਆ। ਤੋ ਇਹਦਾ ਆਨਸਰ ਤੁਹਾਨੂੰ ਪਤਾ ਹੀ, ਇੱਧਰ 1 ਹੈ ਤੇ ਇੱਥੇ ਵੀ ਕਿੰਨਾ ਆਊਗਾ? 1 ਆਊਗਾ। ਫਿਰ ਕਹਿੰਦਾ ਸੈਕਿੰਡ ਦ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਦੈਟ ਕੈਨੋਟ ਹੈਪਨ ਇਜ਼, ਉਸ ਚੀਜ਼ ਦੀ ਪ੍ਰੋਬੇਬਿਲਿਟੀ ਦੱਸਣੀ ਆ ਜਿਹੜੀ ਹੋ ਨਹੀਂ ਸਕਦੀ। ਤੋ ਆਪਾਂ ਤੁਹਾਨੂੰ ਬੇਸਿਕਲੀ ਪਿੱਛੇ ਦੱਸ ਕੇ ਆਏ ਆ, ਜਿਹੜੀ ਚੀਜ਼ ਹੋ ਨਹੀਂ ਸਕਦੀ ਉਹਦੀ ਪ੍ਰੋਬੇਬਿਲਿਟੀ ਹਮੇਸ਼ਾ ਕਿੰਨੀ ਹੁੰਦੀ? 0। ਔਰ ਨਾਮ ਕੀ ਦਿੰਨੇ ਅਸੀਂ ਉਹਨੂੰ? ਇੰਪੋਸੀਬਲ ਇਵੈਂਟਸ ਦਾ, ਇੰਪੋਸੀਬਲ ਇਵੈਂਟ, ਠੀਕ ਹੈ ਜੀ। ਤੋ ਇਹ ਸੀਗਾ ਸੈਕਿੰਡ ਸਾਡਾ। ਥਰਡ ਸਾਡੇ ਕੋਲ ਹੈਗਾ ਦ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਦੈਟ ਇਜ਼ ਸਰਟੇਨ ਟੂ ਹੈਪਨ। ਸਰਟੇਨ ਸ਼ੋਰ ਦਾ ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜਿਹਦੀ ਪ੍ਰੋਬੇਬਿਲਿਟੀ ਇੱਕਦਮ ਸਹੀ ਦੱਸ ਸਕਦੇ ਹਾਂ ਅਸੀਂ ਜਾਂ ਦੱਸੀ ਜਾ ਸਕਦੀ, ਉਹਨੂੰ ਉਹਦੀ ਪ੍ਰੋਬੇਬਿਲਿਟੀ ਹਮੇਸ਼ਾ ਕਿੰਨੀ ਹੁੰਦੀ ਹੈ? 1 ਹੁੰਦੀ ਹੈ। ਔਰ ਅਸੀਂ ਉਹਨੂੰ ਕੀ ਬੋਲਾਂਗੇ? ਉਹਨੂੰ ਅਸੀਂ ਬੋਲਦੇ ਹਾਂ ਸ਼ੋਰ ਇਵੈਂਟ, ਠੀਕ ਹੈ ਜੀ। ਉਹਨੂੰ ਕੀ ਬੋਲਦੇ ਹਾਂ ਅਸੀਂ? ਸ਼ੋਰ ਇਵੈਂਟ ਬੋਲਦੇ ਹੈਗੇ ਆ। ਇੱਥੇ ਤੁਸੀਂ ਸ਼ੋਰ ਦੀ ਥਾਂ ਤੇ ਸਰਟੇਨ ਵੀ ਲਿਖ ਸਕਦੇ ਹੋ, ਠੀਕ ਹੈ ਜੀ। ਤੇ ਫੋਰਥ ਜਿਹੜੀ ਹੈਗੀ ਆ ਦਾ ਸਮ ਆਫ ਦਾ ਪ੍ਰੋਬੇਬਿਲਿਟੀਜ਼ ਆਫ ਆਲ ਦਾ ਐਲੀਮੈਂਟਰੀ ਇਵੈਂਟ। ਇਹ ਬੇਸਿਕਲੀ ਗੱਲ ਆ, ਯਾਦ ਰੱਖਿਓ ਤੁਸੀਂ, ਠੀਕ ਆ ਕਿ ਨਹੀਂ। ਹਾਇਰ ਕਲਾਸਿਸ ਦੇ ਵਿੱਚ ਤਾਂ ਇਹਨਾਂ ਤੋਂ ਕੁਐਸਚਨ ਵੀ ਬਣਿਆ ਹੁੰਦਾ ਆ ਵੱਡੇ, ਬਟ ਤੁਹਾਡੇ ਕੋਲ ਕੀ ਹੈ, ਤੁਸੀਂ ਇਹਨੂੰ ਸਿੰਪਲ ਯਾਦ ਰੱਖਣਾ ਕਿ ਜਦੋਂ ਵੀ ਕਿਸੇ ਇਵੈਂਟਸ ਦੀ ਗੱਲ ਕਰਦੇ ਆ ਉਹਦੀਆਂ ਜਿੰਨੀਆਂ ਪ੍ਰੋਬੇਬਿਲਿਟੀਜ਼ ਹੋਣ ਸਾਰੀਆਂ ਦਾ ਸਮ ਹਮੇਸ਼ਾ ਕਿੰਨਾ ਹੁੰਦਾ ਹੈਗਾ ਜੀ? 1 ਹੁੰਦਾ ਹੈਗਾ ਆ, ਠੀਕ ਹੈ ਜੀ। ਔਰ ਦ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ ਡੈਸ਼ ਐਂਡ ਲੈਸ ਦੈਨ ਔਰ ਇਕੁਅਲ ਟੂ
डैश तो इत्थे की आना, इत्थे आना हैगा आ 0 और इत्थे की आना हैगा आ 1। ठीक है जी, इस चीज़ ਨੂੰ ਅਸੀਂ ਲਿਖਿਆ ਹੁੰਦਾ। ਵੈਸੇ ਸਾਡੇ ਕੋਲ ਅਸੀਂ ਬੋਲਦੀ ਤਾਂ ਕਿ ਪ੍ਰੋਬੇਬਿਲਿਟੀ ਹਮੇਸ਼ਾ ਸਾਡੇ ਕੋਲ ਕੀ ਹੁੰਦੀ ਆ, ਕਿਸੇ ਵੀ ਈਵੈਂਟ ਦੀ ਜਿਹੜੀ ਪ੍ਰੋਬੇਬਿਲਿਟੀ ਹੈਗੀ ਆ ਉਹ 0 ਤੋਂ ਲੈ ਕੇ 1 ਦੇ ਵਿਚਕਾਰ ਹੁੰਦੀ ਹੈਗੀ। ਠੀਕ ਹੈ, ਚੇਤੇ ਰੱਖਣਾ ਹਮੇਸ਼ਾ ਕਿਸੇ ਵੀ ਪ੍ਰੋਬੇਬਿਲਿਟੀ ਦਾ ਸਮ ਆਊਗਾ ਤਾਂ ਉਹਦਾ ਜਿਹੜਾ ਆਨਸਰ ਆਊਗਾ ਉਹ 0 ਤੋਂ 1 ਦੇ ਵਿਚਕਾਰ ਆਊਗਾ। ਠੀਕ ਹੈ ਜੀ, ਨਾ ਤਾਂ 1 ਤੋਂ ਉੱਪਰ ਜਾਊਗਾ ਔਰ ਨਾ ਹੀ 0 ਤੋਂ ਘੱਟ ਹੋਊਗਾ। ਘੱਟ ਮੀਨਸ ਟੂ ਨਾ ਹੀ ਨੈਗੇਟਿਵ 'ਚ ਹੋਊਗਾ। ਠੀਕ ਹੈ ਜੀ, ਤਾਂ ਇਹਦੇ ਨਾਲ ਹੀ ਰਲਦੀ ਮਿਲਦੀ ਮੈਂ ਇੱਕ ਐਗਜ਼ਾਮਪਲ ਲਈ ਹੋਈ ਹੈਗੀ ਆ, ਬਹੁਤ ਇੰਪੋਰਟੈਂਟ ਕੁਐਸਚਨ ਵੀ ਬਣ ਜਾਂਦਾ ਇਹ 1 ਮਾਰਕਸ ਦੇ ਲਈ। ਕਹਿੰਦਾ ਵਿਚ ਆਫ ਦ ਫੋਲੋਇੰਗ ਕੈਨੋਟ ਬੀ ਪ੍ਰੋਬੇਬਿਲਿਟੀ ਆਫ ਐਨ ਈਵੈਂਟ। ਇਹਦੇ ਵਿੱਚੋਂ ਕਹਿੰਦਾ ਕਿਹੜੀ ਜਿਹੜੀ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। ਤਾਂ ਇਹਦਾ ਆਨਸਰ ਵੀ 0 ਪੁਆਇੰਟ ਸਮਥਿੰਗ ਆ ਰਿਹਾ, ਇਹਦਾ ਵੀ 0 ਪੁਆਇੰਟ ਸਮਥਿੰਗ ਆਊਗਾ। ਜਦੋਂ 15/100 ਦੀ ਕਟਿੰਗ ਕਰਾਂਗੇ ਆਪਾਂ, 7/10 ਦੀ ਵੀ ਕਟਿੰਗ ਕਰਾਂਗੇ ਤਾਂ ਉਹ ਵੀ 0 ਪੁਆਇੰਟ ਸਮਥਿੰਗ ਆ ਤਾਂ ਵੈਸੇ ਹੀ ਬਣਿਆ ਪਿਆ 0.7। ਤਾਂ ਇੱਥੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਪ੍ਰੋਬੇਬਿਲਿਟੀ ਕਿਸੇ ਦੀ ਨਹੀਂ ਹੋ ਸਕਦੀ? ਤਾਂ ਸਿੰਪਲ ਬੀ ਆਪਸ਼ਨ। ਕਿਉਂ? ਕਿਉਂਕਿ ਇਹ ਕੀ ਹੈਗੀ ਆ, ਨੈਗੇਟਿਵ ਹੈਗੀ। ਕਿਸੇ ਦੀ ਵੀ ਪ੍ਰੋਬੇਬਿਲਿਟੀ ਕਦੀ ਵੀ ਨੈਗੇਟਿਵ ਦੇ ਵਿੱਚ ਨਹੀਂ ਆ ਸਕਦੀ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਅਗਲੀ ਟਾਈਪ ਦੇ ਵਿੱਚ ਜਿਹੜੇ ਕੁਐਸਚਨ ਹੁੰਦੇ ਹੈਗੇ ਆ ਉਹ ਇਸ ਟਾਈਪ ਦਾ ਵੀ ਬਣਾ ਲੈਂਦਾ ਹੈਗਾ। ਕਹਿੰਦਾ ਇਹ ਬਾਕਸ ਕੰਟੇਨ 5 ਰੈੱਡ ਮਾਰਬਲਸ, 8 ਵਾਈਟ ਮਾਰਬਲਸ ਐਂਡ 4 ਗ੍ਰੀਨ ਮਾਰਬਲਸ ਇਜ਼ ਟੇਕਨ ਆਊਟ ਆਫ ਦਾ ਬਾਕਸ ਐਟ ਰੈਂਡਮ। ਠੀਕ ਆ ਜੀ, ਕਿ ਇੱਕ ਬਾਕਸ ਵਾ ਉਹਦੇ ਵਿੱਚ ਆ 3 ਰੰਗ ਦੀਆਂ ਜਿਹੜੀਆਂ ਮਾਰਬਲਸ ਹੈਗੇ ਪਏ, ਉਹਦੇ ਵਿੱਚੋਂ ਕਹਿੰਦਾ ਇੱਕ ਮਾਰਬਲ ਅਸੀਂ ਕੱਢ ਲਿਆ। ਕਹਿੰਦਾ ਵਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਦਾ ਮਾਰਬਲ ਟੇਕਨ ਆਊਟ ਵਿਲ ਬੀ। ਉਹ ਕੱਢੇ ਗਏ ਮਾਰਬਲ ਦੀ ਕਹਿੰਦਾ ਪ੍ਰੋਬੇਬਿਲਿਟੀ ਕੀ ਹੋ ਸਕਦੀ ਹੈ ਜੇਕਰ ਉਹ ਹੋਵੇ ਲਾਲ ਰੰਗ ਦਾ ਜਾਂ ਹੋਵੇ ਚਿੱਟੇ ਰੰਗ ਦਾ ਤੇ ਜਾਂ ਹੋਵੇ ਨੋਟ ਗ੍ਰੀਨ। ਠੀਕ ਹੈ ਜੀ, ਤਾਂ ਸਿੰਪਲ ਜਿਹਾ ਕੰਮ ਹੈਗਾ। ਇੱਥੇ ਪਹਿਲਾਂ ਤਾਂ ਰੈੱਡ ਕਿੰਨੀਆਂ ਹੈਗੀਆਂ ਸਾਡੇ ਕੋਲ 5 ਆ, ਇਸ ਬਾਕਸ ਦੇ ਵਿੱਚ ਬਣਾ ਲੈਂਦੇ ਹਾਂ ਅਸੀਂ, ਥੋੜਾ ਈਜ਼ੀ ਹੋ ਜੂ ਤੁਹਾਡੇ ਸਮਝਣਾ। ਵਾਈਟ ਹੈਗਾ ਜਿਹੜਾ 8 ਹੈਗੇ ਆ ਔਰ ਗ੍ਰੀਨ ਕਿੰਨੀਆਂ ਹੈਗੀਆਂ 4। ਤਾਂ ਇਹਨਾਂ ਸਾਰਿਆਂ ਦਾ ਟੋਟਲ ਜੇਕਰ ਕਰ ਲਈਏ 8 5 ਦਾ 8 + 5 ਹੋ ਗਿਆ ਸਾਡੇ ਕੋਲ 13, 13 + ਹੋ ਗਿਆ 4 17। ਠੀਕ ਹੈ ਜੀ, ਤਾਂ ਸਾਡੇ ਕੋਲ ਟੋਟਲ ਮਾਰਬਲਸ ਜਿਹੜੇ ਹੈਗੇ ਆ, ਟੋਟਲ ਮਾਰਬਲਸ ਇਜ਼ ਇਕੁਅਲ ਟੂ ਕਿੰਨੇ ਆ ਗਏ 17। ਠੀਕ ਹੈ ਜੀ, ਤਾਂ ਫਸਟਲੀ ਉਹਨਾਂ ਨੇ ਸਾਨੂੰ ਕਿਹਾ ਆ ਪ੍ਰੋਬੇਬਿਲਿਟੀ ਕਿਹਦੀ ਦੱਸਣੀ ਹੈ, ਰੈੱਡ ਮਾਰਬਲ ਦੀ। ਪ੍ਰੋਬੇਬਿਲਿਟੀ ਰੈੱਡ ਮਾਰਬਲ ਦੀ। ਠੀਕ ਹੈ ਜੀ, ਤਾਂ ਰੈੱਡ ਦੀ ਕਿੰਨੀ ਆ ਤੁਹਾਨੂੰ ਪਤਾ, ਪਿੱਛੇ ਫਾਰਮੂਲਾ ਦੱਸ ਕੇ ਆਏ। ਥੱਲੇ ਹੁੰਦੇ ਟੋਟਲ ਆਊਟਕਮਸ ਸਾਡੇ ਹੁਣ ਇੱਥੇ ਕਿੰਨੇ ਬਣੇ ਆ 17 ਔਰ ਰੈੱਡ ਬਾਲਸ ਕਿੰਨੀਆਂ ਹੈਗੀਆਂ ਇੱਥੇ ਦੇਖੋ 5 ਆ। ਇਟ ਮੀਨਸ ਸਾਡਾ ਫਸਟ ਆਨਸਰ ਕਿੰਨਾ ਆ ਗਿਆ 5/17। ਸੈਕਿੰਡ ਹੈਗਾ ਸਾਡੇ ਕੋਲ ਵਾਈਟ, ਪ੍ਰੋਬੇਬਿਲਿਟੀ ਆਫ ਵਾਈਟ। ਠੀਕ ਹੈ ਜੀ, ਟੋਟਲ ਤਾਂ ਇਹਦੇ ਨੀਚੇ ਵੀ ਕਿੰਨਾ ਹੀ ਆਊਗਾ 17 ਹੀ ਆਊਗਾ ਔਰ ਵਾਈਟ ਬਾਲ ਕਿੰਨੀ ਹੈ ਇੱਥੇ 8। ਠੀਕ ਹੈ ਜੀ, ਤਾਂ ਵਾਈਟ ਬਾਲ ਕਿੰਨੀਆਂ ਵਾਈਟ ਮਾਰਬਲਸ ਸੌਰੀ ਕਿੰਨੇ ਆ 8 ਹੈਗੇ। ਤਾਂ ਆ ਸਾਡਾ ਫਸਟ ਆਨਸਰ ਸੀ, ਇਹ ਸਾਡਾ ਹੋ ਗਿਆ ਸੈਕਿੰਡ। ਨਾਓ ਥਰਡ ਐਂਡ ਲਾਸਟ ਇਹਦੇ ਵਿੱਚ ਜਿਹੜਾ ਹੈਗਾ ਆ ਨੋਟ ਗ੍ਰੀਨ। ਨੋਟ ਗ੍ਰੀਨ ਜਿਹੜਾ ਹੈਗਾ ਆ ਪ੍ਰੋਬੇਬਿਲਿਟੀ ਆਫ, ਪਹਿਲਾਂ ਅਸੀਂ ਇਹਦੇ ਲਈ ਕੀ ਕਰਾਂਗੇ ਗ੍ਰੀਨ ਫਾਈਂਡ ਕਰਾਂਗੇ, ਗ੍ਰੀਨ ਦੀ ਜਿਹੜੀ ਪ੍ਰੋਬੇਬਿਲਿਟੀ ਉਹ ਫਾਈਂਡ ਕਰਾਂਗੇ। ਤਾਂ ਟੋਟਲ ਇੱਥੇ ਵੀ ਕਿੰਨੇ ਆਉਗੇ 17 ਔਰ ਗ੍ਰੀਨ ਕਿੰਨੀਆਂ ਆ 4। ਤੁਸੀਂ ਯਾਦ ਰੱਖਿਓ ਜਦੋਂ ਕਿਸੇ ਦੀ ਨੋਟ ਕੱਢਣੀ ਹੋਵੇ ਨੋਟ ਗ੍ਰੀਨ, ਠੀਕ ਹੈ ਜੀ, ਤਾਂ ਹਮੇਸ਼ਾ ਉਸ ਚੀਜ਼ ਨੂੰ ਤੁਸੀਂ 1 ਮਾਈਨਸ ਕਰ ਲੈਣਾ ਹੈਗਾ। ਕੀ ਕਰਨਾ ਹੈਗਾ 1 ਮਾਈਨਸ ਕਰ ਲੈਣਾ। तो इतने एलसीएम लैने 17 माइनस 4 और नीचे 17 ये आ गया साढ़े को 13/17। ਇਹਦਾ ਅਲਟਰਨੇਟ ਮੈਥਡ ਵੀ ਹੈਗਾ, ਕਈ ਬੰਦੇ ਇਹਨੂੰ ਸਿੱਧਾ ਵੀ ਕਰ ਲੈਂਦੇ ਆ। ਜਿੱਦਾਂ ਆਪਾਂ ਇੱਥੇ ਦੇਖ ਲੈਂਦੇ ਸਾਡਾ ਟੇਬਲ ਆ ਜਿਹੜਾ ਬਣਾਇਆ ਹੋਇਆ, ਮੈਂ ਬਹੁਤ ਕੁਝ ਕਲੀਅਰ ਕਰੂੰਗਾ ਤੁਹਾਨੂੰ। ਅਗਰ ਕਹਿੰਦਾ ਗ੍ਰੀਨ ਨਹੀਂ ਹੈਗਾ, ਅਗਰ ਗ੍ਰੀਨ ਮਾਰਬਲ ਨਹੀਂ ਹੈਗਾ ਤਾਂ ਕਿਹੜਾ ਹੈਗਾ ਰੈੱਡ ਤੇ ਵਾਈਟ। 8 5 ਕਿੰਨੇ ਹੋ ਗਏ ਫਿਰ ਦੇਖੋ 8 + 5 ਹੋ ਗਏ 13। ਤਾਂ ਆਨਸਰ ਸਿੱਧਾ ਵੀ ਲਿਖ ਸਕਦੇ ਆ ਤੁਸੀਂ 13, ਬਟ ਆ ਮੈਂ ਤੁਹਾਨੂੰ ਪ੍ਰੋਪਰਲੀ ਦੱਸਿਆ ਹੋਇਆ, ਠੀਕ ਹੈ ਕਿ ਨਹੀਂ। ਔਰ ਇਸ ਤੋਂ ਅੱਗੇ ਜਿਹੜੀ ਨੈਕਸਟ ਅਸੀਂ ਪ੍ਰੋਬਲਮ ਕਰਨੀ ਹੈਗੀ ਆ ਸੋਲਵ, ਉਹ ਹੈ ਸਾਡੇ ਕੋਲ ਕਹਿੰਦਾ a die is thrown, sorry ਪਹਿਲਾਂ ਉੱਪਰ ਵਾਲਾ ਕਰਦੇ ਹਾਂ। what is the probability that a number selected from the numbers, ਕਹਿੰਦਾ ਇਹਨਾਂ ਵਿੱਚੋਂ ਕੋਈ ਨੰਬਰ ਸਿਲੈਕਟ ਕੀਤਾ ਉਹਦੀ ਪ੍ਰੋਬੇਬਿਲਿਟੀ ਦੱਸਣੀ ਆ ਜੇਕਰ ਉਹ ਨੰਬਰ ਕੀ ਹੋਵੇ ਮਲਟੀਪਲ ਆਫ 4। ਤਾਂ ਸਿੰਪਲ ਕੰਮ ਪਹਿਲਾਂ ਤਾਂ ਕੀ ਕਰਨਾ, ਸਭ ਤੋਂ ਪਹਿਲਾਂ ਤੁਸੀਂ ਇਹੀ ਕਰਿਆ ਕਰਨਾ ਟੋਟਲ ਨੰਬਰਸ ਜਿਹੜੇ ਹੈਗੇ ਸਾਡੇ ਕੋਲ ਕਿੰਨੇ ਹੈਗੇ ਜੀ 15 ਦਿੱਤੇ ਹੋਏ, ਯਾਨੀ ਕਿ 15 ਹੈਗੇ ਆ, ਤੇ ਮਲਟੀਪਲ ਆਫ 4,
ਮਲਟੀਪਲ ਆਫ 4। ਹੁਣ 4 ਦਾ ਟੇਬਲ ਗਿਣ ਲਓ ਬਈ। 4 1 ਦਾ 4, 4 2 ਦਾ 8, 4 3 ਦਾ 12, 4 4 ਦਾ 16। ਪਰ ਸਾਡੇ ਕੋਲ ਨੰਬਰ ਕਿੱਥੇ ਤੱਕ 15 ਤੱਕ, ਤਾਂ ਸਾਡੇ ਕੋਲ ਸਿਰਫ 3 ਆਏ ਆ। ਠੀਕ ਹੈ ਜੀ। ਤਾਂ ਪ੍ਰੋਬੇਬਿਲਿਟੀ ਕਿੰਨੀ ਆਊਗੀ? ਮਲਟੀਪਲ ਆਫ 4 ਦੀ ਟੋਟਲ ਈਵੈਂਟ ਹੈਗੇ ਸਾਡੇ ਕੋਲ 15 ਔਰ ਫੇਵਰੇਬਲ ਈਵੈਂਟ ਯਾਨੀ ਕਿ ਆਏ ਸੀ ਸਾਡੇ ਕੋਲ 3 ਔਰ ਇਹਦੀ ਕਟਿੰਗ ਕਰਕੇ ਸਾਡੇ ਕੋਲ ਆਂਸਰ ਆ ਗਿਆ 1/5। ਠੀਕ ਹੈ ਜੀ। ਤਾਂ ਇਸ ਟਾਈਪ ਦਾ ਵੀ ਕੁਐਸਚਨ ਇੱਕ ਬਣ ਸਕਦਾ ਆ। ਨੈਕਸਟ ਜਿਹੜਾ ਹੈਗਾ ਮੇਰੇ ਕੋਲ ਪ੍ਰੋਬਲਮ ਅਗਲੀ ਉਹ ਹੈਗੀ ਹੈ, ਕਹਿੰਦਾ ਇਹ ਡਾਈ ਇਜ਼ ਥਰੋਨ, ਇੱਕ ਡਾਈ ਨੂੰ ਸਿੱਟ ਲਿਆ, ਫਾਈਂਡ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਨੰਬਰਸ। ਤਾਂ ਟੋਟਲ ਆਊਟਕਮਸ ਲਿਖ ਲਓ ਪਹਿਲਾਂ। ਤਾਂ ਕਿੰਨੇ ਹੈਗੇ ਆ ਟੋਟਲ ਆਊਟਕਮਸ? ਬਈ ਇੱਕ ਲੁੱਡੋ ਦੀ ਡਾਈ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਛੋਟੇ ਹੁੰਦਿਆਂ ਤੋਂ ਖੇਡਦੇ ਆਏ ਆ ਕਿ ਉਹਦੇ ਵਿੱਚ ਡਾਈ ਦੇ ਵਿੱਚ ਟੋਟਲ ਨੰਬਰ ਕਿੰਨੇ ਹੁੰਦੇ 1 ਤੋਂ ਲੈ ਕੇ 6 ਤੱਕ, ਯਾਨੀ ਕਿ 6 ਨੰਬਰ ਟੋਟਲ ਹੁੰਦੇ ਹੈਗੇ ਆ। ਤੇ ਉਹਨੇ ਗੱਲ ਕੀਤੀ ਹੈਗੀ ਸਾਨੂੰ ਪਹਿਲੇ ਨੰਬਰ ਤੇ ਪ੍ਰਾਈਮ ਨੰਬਰ ਦੀ। ਪ੍ਰਾਈਮ ਨੰਬਰ ਕਿਹੜੇ ਹੁੰਦੇ? ਜਿਹੜੇ ਆਪਣੇ ਹੀ ਟੇਬਲ ਤੇ ਆਉਂਦੇ, ਕਿਸੇ ਹੋਰ ਟੇਬਲ 'ਚ ਨਹੀਂ ਆਉਂਦੇ। ਫੋਰ ਐਗਜ਼ਾਮਪਲ 2 3 ਤੇ 5। तो इन्होंने सारिया की अगर गिनती करिए तो किन्ने बन गए ये 1 2 3 बन गए। ठीक है जी। तो प्रोबेबिलिटी जी बनी आ प्राइम नंबर की वो बनी साढ़े को 3/6, कटिंग करके आ गई 1/2, यानी कि टोटल आउटकम्स उपर की है या फेवरेबल आउटकम्स। ठीक है जी। और उस तो बाद सैकेंड सम इहदा कि मैं फर्स्ट किया है, सैकेंड है 2 और 4। प्रोबेबिलिटी 2 और 4 टोटल आउटकम्स 6 ही है। और 2 और 4 जो और आ जाए इट मीनस दोनों काउंट करना, 2 ते 4 मतलब कि प्लस नहीं करना, इनू सिंपल देखना। एक ए हो गया, दूजा ए हो गया, यानी कि टोटल नंबर किन्ने बनते हैं 2 ते 4, जो 2 ते 4 आ वो किन्ने है 2 ही बनते हैं, 1 और 2। ठीक है। तो इन्हों की कटिंग करके साडा इहदा आंसर आ गया 1/3। और थर्ड ते लास्ट वन इस सम का जिहड़ा हैगा पार्ट वो ये हैगा आ, कहंदा ये नंबर ग्रेटर दैन 5 जिहड़े नंबर 5 तो वड्डे आ, है ना, नंबर ग्रेटर दैन 5 भी 5 तो वड्डे, टोटल आउटकम्स तो 6 ही आ, 5 तो वड्डा 6 ही आ एक आपू सिर्फ। तो ये आंसर कितना आ जाऊगा 1/6 आ जाऊगा। ठीक है जी। और उस तो बाद अगली जी प्रॉब्लम हैगी आ वो साडे कोल इस टाइप की हैगी आ कि 2 अनबाइज्ड डाइज आर थ्रोन, कि 2 डाइज जिहड़े थ्रो कीते आ, तो टोटल आउटकम्स आपां पिछे हुणे तुहानूं जदों स्टार्ट कीता सीगा चैप्टर उहदे विच तुहानूं दस्सिया सी कि टोटल आउटकम्स किन्ने बनदे जदों 2 डाइयां सिੱਟ लईए जां डाइस सिੱਟ लईए। डाइस ते भी 6 नंबर हुंदे आ। द टोटल आउटकम्स इज इक्वल टू 36 हुंदे हैगे। ठीक है जी। फिर कहंदा टोटल ऑफ द नंबर्स ऑन द डाइस इज ग्रेटर दैन 10, फाइंड द प्रोबेबिलिटी। उन्हां नंबरां दी प्रोबेबिलिटी पता करो जिहड़े नंबर 10 तो वड्डे आ। ठीक है जी। तो लिख लो नंबर ग्रेटर दैन 10 जिद्दां 2 डाइज हैगे आ। ठीक है कि नहीं। डाइज दे लई तुहानूं पिछे आपां दस्सिया सीगी आह वाली चीज़ ਜਦੋਂ 2 ਸਿੱਟਾਂਗੇ ਇਹਦੇ ਵਿੱਚੋਂ ਕਹਿੰਦਾ ਇਦਾਂ ਦੇ 2 ਨੰਬਰ ਲੈਣੇ ਜਿਨ੍ਹਾਂ ਦਾ ਸਮ ਕਰੀਏ ਪਲੱਸ ਕਰੀਏ ਤੇ ਉਹ ਕਿੰਨਾ ਆ ਜਾਵੇ ਸਾਡੇ ਕੋਲ 10 ਤੋਂ ਵੱਡਾ ਆ ਜਾਏ। ਜਿੱਦਾਂ ਫੋਰ ਐਗਜ਼ਾਮਪਲ 5 ਵਾਲਾ ਲੈ ਲਓ, ਇੱਥੇ 5 ਆਊਗਾ। ਠੀਕ ਹੈ ਜੀ। ਲਾਸਟ ਵਿੱਚ ਕਿੰਨਾ ਆਊਗਾ 5 6। तो 5 + 6 कितना हो गया 11। इट मीनस असीं इहनूं काउंट करांगे। तो इस टाइप के असीं इत्थे लैणे हैगे वो किहड़े-किहड़े आ मैं दस दिना तुहानूं। एक तो 5,6 आ गया, एक 6,5 आ गया और एक लास्ट वन आना 6,6, क्योंकि 6 वन भी 6 + 5 11 होंदे आ और 6 + 6 कितना हुंदा 12, यानी कि दोनों जिहड़े 1 2 3 ये जिहड़े तीनों हैगे आ ये 10 नालों की हुंदे आ वड्डे हुंदे आ। तो हुण इहदी प्रोबेबिलिटी कि इहदी नंबर ऑफ रहन दिओ नंबर ग्रेटर दैन 10 इज इक्वल टू टोटल आउटकम्स 36 आ और जिहड़े 10 तो वड्डे आ वो किन्ने आ 3 है। तो इन्हां दी कटिंग करके 1/12 साडा आंसर आ गया हैगा। ठीक है जी। और लास्ट जिहड़ी टाइप दे विच इहदे विच प्रॉब्लम आऊगी क्वेश्चन जां कह सकदे आ सकदा है वो इस टाइप दा भी आ सकदा हैगा। ए कार्ड इज ड्रॉन एट रैंडम फ्रॉम ए पैक ऑफ 52 कार्ड्स। तो इत्थों पहले नंबर ते साडे कोल उन्होंने क्लीयर कर दिता कि टोटल कार्ड्स किन्ने हैगे आ 52। ठीक है जी। फाइंड द प्रोबेबिलिटी दैट द कार्ड इज ड्रॉन। कहता उस कड्ढे गए पत्ते की प्रोबेबिलिटी पता करो जेकर ओह की होवे ब्लैक किंग। तो पहला लिख ही लेने आपां ब्लैक किंग
किन्ने हुंदे जी ब्लैक इंक, एक स्पेड को हुंदा आ, एक क्लब को हुंदा आ, तो जानी कि टोटल किन्ने हुंदे आ 2। तो इहदी प्रोबेबिलिटी किन्नी आ जाएगी, प्रोबेबिलिटी ब्लैक किंग दी वो आ जूगी साडे कोल टोटल हैगे आ 52 और ब्लैक किंग होए साडे कोल 2। तो इन्हां दी कटिंग करके आ गया 1/26। ठीक है जी, तो फर्स्ट आंसर आ गया जी। सैकेंड हैगा ए जैक क्वीन और क्विंग, प्रोबेबिलिटी सैकेंड सम, प्रोबेबिलिटी जैक क्वीन और किंग। हुण तुहानूं पता ये भी 4 हुंदे हैगे आ, ये भी 4 हुंदे हैगे साडे कोल टोटल ताश दे विच, ये भी 4 हुंदे, तो तिन्नां दा प्लस कर दो। थल्ले तो तुहानूं पता ही है टोटल पत्ते किहड़े टोटल ਆਪਾਂ आउटकम्स बोल लीए या तो टोटल कार्ड्स बोल लीए किन्ने हैगे आ 52 हैगे आ। ठीक है जी, तो टोटल हैगे 52 और फेवरेबल आउटकम्स जिहड़े बने 4 + 4 + 4 यानी कि 12 यानी कि 12। ठीक है जी, तो 4 दे टेबल ते कटिंग होऊगे, 4 3 दा 12 और 4 13 दा 52। ठीक है जी, ये आ गया साडा सैकेंड आंसर। थर्ड क्वेश्चन ਇਹਦੇ ਵਿੱਚ ਹੈਗਾ ਨੀਦਰ ਏ ਰੈੱਡ ਕਾਰਡ ਨੌਰ ਏ ਕੁਈਨ, ਨਾ ਤਾਂ ਕਹਿੰਦਾ ਲਾਲ ਰੰਗ ਦਾ ਪੱਤਾ ਹੋਵੇ ਔਰ ਨਾ ਹੀ ਉਹ ਕੁਈਨ ਹੋਵੇ। ਹੁਣ ਲਾਲ ਰੰਗ ਦਾ ਜਿਹੜਾ ਪੱਤਾ ਹੈਗਾ ਆ, ਲਾਲ ਰੰਗ ਦੇ ਜਿਹੜੇ ਪੱਤੇ ਟੋਟਲ ਹੁੰਦੇ ਆ ਉਹ ਸਾਡੇ ਕੋਲ 26 ਹੁੰਦੇ ਹੈਗੇ ਆ। ਠੀਕ ਹੈ ਜੀ, 26 ਹੁੰਦੇ ਆ, ਤਾਂ 26 ਹੋ ਗਏ ਸਾਡੇ ਕੋਲ। ਪ੍ਰੋਬੇਬਿਲਿਟੀ ਇੱਥੇ ਲਿਖ ਲਓ ਨੀਦਰ ਰੈੱਡ ਕਾਰਡ नॉर क्वीन, यानी कि ये रैड कार्ड हो गए साढ़े को 26 प्लस 2 ब्लैक कलर दियाँ क्वीन्स। ठीक है जी, टोटल किन्ने आ 52, यानी कि ये आ गया साढ़े को 28/52। कटिंग कर दियो जी दी 4 7 दा 4 13 दा, तो आंसर आ गया 7/13। लास्ट क्वेश्चन फोर्थ, प्रोबेबिलिटी की दसनी आ, कहता जेकर पत्ता ये होवे हर्ट दा, हर्ट यानी कि तुहानूं पता टोटल पत्ते 52 है, उहदे विच हर्ट दे किन्ने हुंदे आ 13, तो कटिंग करके किन्ना आ गया 1/4। तो इस टाइप के ये जिहड़े हैगे प्रोबेबिलिटी दे विच क्वेश्चन बन सकते हैं। ठीक है जी, मैनूं उम्मीद है कि तुसीं सारिਆਂ ने ध्यान नाल समझिया होऊगा जिहड़ा टॉपिक आ, और बाकी इन्हां नाल दियां जिन्नियां प्रॉब्लम्स हैगियां रिलेटेड जिन्ने टाइप दे मैं सम करवाया तुसीं जरूर ट्राई करियो। ठीक है जी।